ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਡਿਸਕਸ ਕਰਾਂਗੇ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਬਾਰੇ। ਦੇਖੋ, ਇਨਸਾਨ ਦੋ ਟਾਈਪ ਦੇ ਹੋ ਸਕਦੇ ਦੁਨੀਆ ਦੇ ਵਿੱਚ। ਪਹਿਲੇ ਉਹ ਜੋ ਆਪਣੇ ਧਰਮ ਲਈ ਦੂਜਿਆਂ ਦੀ ਜਾਨ ਲੈ ਲੈਣ, ਐਂਡ ਦੂਸਰੇ ਉਹ ਜੋ ਦੂਜਿਆਂ ਦੇ ਧਰਮ ਲਈ ਆਪਣੀ ਜਾਨ ਦੇ ਦੇਣ। ਆਪਾਂ ਅੱਜ ਗੱਲ ਕਰਾਂਗੇ ਇੱਕ ਇਹੋ ਜਿਹੇ ਸ਼ਖਸ ਬਾਰੇ, ਇੱਕ ਇਹੋ ਜਿਹੀ ਪਰਸਨੈਲਿਟੀ ਬਾਰੇ, ਇੱਕ ਇਹੋ ਜਿਹੇ ਹਿਸਟੋਰੀਕਲ ਫਿਗਰ ਬਾਰੇ ਜਿਨ੍ਹਾਂ ਨੇ ਦੂਜਿਆਂ ਦੇ ਧਰਮ ਲਈ ਆਪਣੀ ਜਾਨ ਦਿੱਤੀ। ਇਹਨਾਂ ਦਾ ਨਾਮ ਸੀ 9th ਗੁਰੂ, ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ 1921 ਦੇ ਵਿੱਚ। ਇਹ 6th ਗੁਰੂ, ਗੁਰੂ ਹਰਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਬੇਟੇ ਸੀ। ਲੇਕਿਨ 8th ਗੁਰੂ, ਗੁਰੂ ਹਰਕ੍ਰਿਸ਼ਨ ਜੀ ਬਹੁਤ ਹੀ ਛੋਟੀ ਉਮਰ 'ਚ ਅਕਾਲ ਚਲਾਣਾ ਕਰ ਗਏ। ਲੇਕਿਨ ਉਹਨਾਂ ਨੇ ਜਾਣ ਤੋਂ ਪਹਿਲਾਂ ਇੱਕ ਇਹੋ ਜਿਹੀ ਗੱਲ ਕਰਤੀ ਸੀ ਕਿ ਤੁਹਾਡੇ ਜਿਹੜੇ ਨੈਕਸਟ ਗੁਰੂ ਹੈ ਉਹ ਤੁਹਾਨੂੰ ਬਕਾਲੇ ਦੇ ਪਿੰਡ ਦੇ ਵਿੱਚ ਮਿਲਣਗੇ। ਇੰਡੀਕੇਸ਼ਨ ਇਹ ਸੀਗਾ ਕਿ ਬਾਬਾ ਬਕਾਲਾ ਨਾਮ ਦਾ ਉਹਨਾਂ ਨੇ ਜੋ ਹੈ ਫਤਵਾ ਇਸ਼ੂ ਕੀਤਾ, ਐਂਡ ਬਾਬਾ ਬਕਾਲਾ ਦੇ ਨਾਮ 'ਤੇ ਲੋਕਾਂ ਨੇ ਉੱਥੇ ਲੱਭਣਾ ਸ਼ੁਰੂ ਕਰਤਾ। ਬਕਾਲੇ ਪਿੰਡ ਦੇ ਵਿੱਚ ਬਹੁਤ ਹੀ ਘੱਟ ਲੋਕ ਰਹਿੰਦੇ ਸੀ, ਲੇਕਿਨ ਉਹਨਾਂ ਲੋਕਾਂ ਵਿੱਚੋਂ ਸਭ ਤੋਂ ਰੈਵਰਡ, ਸਭ ਤੋਂ ਰਿਸਪੈਕਟੇਬਲ ਜਿਹੜੇ ਸੀ ਉਹ ਗੁਰੂ ਤੇਗ ਬਹਾਦਰ ਜੀ ਸੀ। ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਨੇ ਆਪਣਾ ਨੈਕਸਟ ਗੁਰੂ ਚੂਜ਼ ਕੀਤਾ, 9th ਗੁਰੂ ਚੂਜ਼ ਕੀਤਾ, ਐਂਡ ਫਾਈਨਲੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਬਣੇ। ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਦੀ ਦੱਸੀ ਹੋਈ ਜਿਹੜੀ ਉਹਨਾਂ ਦੀਆਂ ਟੀਚਿੰਗ ਸੀਗੀਆਂ ਉਹਨੂੰ ਫੋਲੋ ਕਰਦੇ ਹੋਏ ਟਰੈਵਲ ਕਰਨ ਵਾਸਤੇ ਚਲੇ ਗਏ। ਗੁਰੂ ਤੇਗ ਬਹਾਦਰ ਜੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਭ ਤੋਂ ਜ਼ਿਆਦਾ ਟਰੈਵਲ ਸਿੱਖ ਰਹੇ, ਐਂਡ ਉਹਨਾਂ ਨੇ ਈਸਟ ਵੱਲ ਆਪਣਾ ਜਿਹੜਾ ਹੈ ਟਰੈਵਲ ਸ਼ੁਰੂ ਕੀਤਾ। ਈਸਟ ਵੱਲ ਟਰੈਵਲ ਦੇ ਵਿੱਚ ਉਹ ਦਿੱਲੀ ਗਏ, ਦਿੱਲੀ ਤੋਂ ਬਾਅਦ ਉਹ ਆਗਰਾ ਗਏ, ਆਗਰਾ ਤੋਂ ਬਾਅਦ ਉਹ ਸਾਸਾਰਾਮ ਗਏ। ਸਾਸਾਰਾਮ ਉਹੀ ਸ਼ਹਿਰ ਹੈ ਜਿੱਥੇ ਸ਼ੇਰ ਸ਼ਾਹ ਸੂਰੀ ਜਿਹੜਾ ਸੀ ਉਹ ਰੂਲ ਕਰਦਾ ਸੀ। ਉਸ ਤੋਂ ਬਾਅਦ ਉਹ ਪਟਨਾ ਗਏ, ਐਂਡ ਪਟਨਾ ਜਾ ਕੇ ਉਹਨਾਂ ਨੇ ਉੱਥੇ ਰੈਸਟ ਕੀਤੀ, ਉੱਥੇ ਘਰ ਬਣਾਇਆ। ਐਂਡ ਪਟਨਾ ਦੇ ਵਿੱਚ ਉਹਨਾਂ ਦੀ ਜਿਹੜੀ ਮਾਤਾ ਗੁਜਰੀ ਸੀ, ਵਾਈਫ ਸੀ ਉਹਨਾਂ ਦੇ, ਉਹਨਾਂ ਨੇ ਕਿਹਾ ਕਿ ਮੈਂ ਹੋਰ ਅੱਗੇ ਨਹੀਂ ਜਾਊਂਗੀ, ਮੈਂ ਇੱਥੇ ਹੀ ਰਹੂੰਗੀ, ਤੁਸੀਂ ਅੱਗੇ ਚਲੇ ਜਾਓ। ਤਾਂ ਪਟਨਾ ਦੇ ਵਿੱਚ ਮਾਤਾ ਗੁਜਰੀ ਨੂੰ ਉਹਨਾਂ ਨੇ ਲੀਵ ਕਰਕੇ ਆਪ ਉਹ ਅਸਾਮ ਅਤੇ ਢਾਕਾ ਵੱਲ ਚਲੇ ਗਏ। ਢਾਕਾ ਜੋ ਬੰਗਲਾਦੇਸ਼ ਦੀ ਕੈਪੀਟਲ ਹੈ, ਜਦੋਂ ਉੱਥੇ ਗਏ ਉੱਥੇ ਉਹਨਾਂ ਨੇ ਦੇਖਿਆ ਕਿ ਬੜੀ ਸਿੱਖ ਕਮਿਊਨਿਟੀ ਉੱਥੇ ਰਹਿੰਦੀ ਹੈ, ਐਂਡ ਢਾਕਾ ਨੂੰ ਉਹਨਾਂ ਨੇ ਸੀਟਾਡੈਲ ਆਫ ਦ ਸਿੱਖਸ ਵੀ ਡਿਕਲੇਅਰ ਕੀਤਾ। ਵਾਪਸ ਜਦੋਂ ਉਹ ਢਾਕਾ ਪਹੁੰਚੇ ਤਾਂ ਉਹਨਾਂ ਨੂੰ ਖਬਰ ਮਿਲੀ, ਬੜੀ ਖੁਸ਼ ਖਬਰ ਮਿਲੀ ਕਿ ਪਟਨਾ ਸਾਹਿਬ ਦੇ ਵਿੱਚ ਜਿੱਥੇ ਮਾਤਾ ਗੁਜਰੀ ਜੀ ਆ ਉੱਥੇ ਉਹਨਾਂ ਦੇ ਬੇਟੇ ਨੇ ਜਨਮ ਲਿੱਤਾ, ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਐਂਡ ਅੱਗੇ ਜਾ ਕੇ ਇਹੀ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੱਖਾਂ ਦੇ 10th ਗੁਰੂ ਬਣਨਗੇ। ਪਰ ਢਾਕਾ ਦੇ ਵਿੱਚ ਮਤਲਬ ਅਸਾਮ, ਨਾਰਥ ਈਸਟ ਦੇ ਵਿੱਚ ਤਕਰੀਬਨ 3-4 ਸਾਲ ਗੁਰੂ ਤੇਗ ਬਹਾਦਰ ਜੀ ਰਹੇ। ਲੇਕਿਨ ਉਹਨੇ ਦੇਰ ਦੇ ਵਿੱਚ ਹੀ ਪੂਰੀ ਸਿੱਖ ਜਿਹੜੇ ਫੈਮਿਲੀ ਸੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ, ਇਹ ਸਾਰੇ ਪੰਜਾਬ ਦੇ ਵਿੱਚ ਚਲੇ ਗਏ। ਫਿਰ ਪੰਜਾਬ ਤੋਂ ਇਹਨਾਂ ਨੂੰ ਕਾਲ ਆਈ ਕਿ ਤੁਸੀਂ ਵਾਪਸ ਜੋ ਹੈ ਆਓ, ਐਂਡ ਇਹ ਆਪਣੇ ਪੰਜਾਬ ਦੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਵਾਪਸ ਦਾ ਇਹਨਾਂ ਨੇ ਰਸਤਾ ਜਿਹੜਾ ਹੈ ਤੈਅ ਕੀਤਾ। ਗੁਰੂ ਤੇਗ ਬਹਾਦਰ ਜੀ ਨਾਨਕੀ ਚੱਕ ਜੋ ਅਨੰਦਪੁਰ ਸਾਹਿਬ ਦੇ ਬਿਲਕੁਲ ਕੋਲ ਜਗ੍ਹਾ ਹੈ ਉੱਥੇ ਪਹੁੰਚੇ, ਐਂਡ ਉੱਥੇ ਇਹਨਾਂ ਨੇ ਗੁਰਗੱਦੀ ਸੰਭਾਲੀ, ਐਂਡ ਇਵੈਂਚੁਅਲੀ ਉੱਥੇ ਆਪਣੀ ਸਾਰੀ ਜਿੰਨੀ ਵੀ ਸਪਿਰਿਚੁਅਲ ਅਤੇ ਮਟੀਰੀਅਲ ਪ੍ਰੈਕਟਿਸਿਸ ਹੈ ਉੱਥੇ ਇਹਨਾਂ ਨੇ ਕਰਨੀ ਸ਼ੁਰੂ ਕੀਤੀ। ਲੇਕਿਨ ਇਸ ਟਾਈਮ 'ਤੇ ਇੱਕ ਬਹੁਤ ਹੀ ਵੱਡਾ ਪ੍ਰੋਬਲਮ ਇੰਡੀਆ ਦੇ ਵਿੱਚ ਚੱਲ ਰਿਹਾ ਸੀ। ਇੰਡੀਆ 'ਚ ਇਹ ਪ੍ਰੋਬਲਮ ਚੱਲ ਰਹੀ ਸੀ ਕਿ ਸ਼ਾਹਜਹਾਂ ਦੇ ਜਾਣ ਤੋਂ ਬਾਅਦ ਇੱਕ ਬੈਟਲ ਹੋਈ ਜਾਂ ਵਾਰ ਹੋਈ ਸ਼ਾਹਜਹਾਂ ਦੇ ਮੁੰਡਿਆਂ ਦੇ ਵਿੱਚ, ਜਿਹਦੇ ਵਿੱਚ ਦੋ ਇੰਪੋਰਟੈਂਟ ਗੁੱਟ ਬਣੇ। ਪਹਿਲਾ ਗੁੱਟ ਦਾਰਾ ਸ਼ਿਕੋਹ ਦੇ ਅੰਡਰ ਸੀ, ਦੂਜਾ ਗੁੱਟ ਜਿਹੜਾ ਸੀਗਾ ਉਹ ਔਰੰਗਜ਼ੇਬ ਦੇ ਅੰਡਰ ਸੀ। ਔਰੰਗਜ਼ੇਬ ਨੇ ਸਾਮ, ਦਾਨ, ਦੰਡ, ਭੇਦ ਦੀ ਪਾਲਿਸੀ ਨੂੰ ਫੋਲੋ ਕਰਦੇ ਹੋਏ ਦਾਰਾ ਸ਼ਿਕੋਹ ਨੂੰ ਹਰਾਤਾ ਇਸ ਪੂਰੀ ਵਾਰ ਆਫ ਸਕਸੈਸ਼ਨ ਦੇ ਵਿੱਚ, ਐਂਡ ਇਵੈਂਚੁਅਲੀ ਜੋ ਹੈ ਆਪ ਰਾਜਾ ਬਣ ਗਿਆ, ਦੇਸ਼ ਦਾ ਰਾਜਾ ਬਣ ਗਿਆ, ਇੰਡੀਆ ਦਾ ਰਾਜਾ ਬਣ ਗਿਆ। ਜਦੋਂ ਔਰੰਗਜ਼ੇਬ ਆਇਆ ਤਾਂ ਉਹਦੀ ਇੱਕੋ ਹੀ ਪਾਲਿਸੀ ਸੀ, ਐਂਡ ਉਹ ਪਾਲਿਸੀ ਇਹ ਸੀ ਕਿ ਉਹ ਟੋਟਲ ਕਨਵਰਜਨ ਕਰ ਦੇ ਇੰਡੀਆ ਨੂੰ, ਮਤਲਬ ਇੰਡੀਆ ਨੂੰ ਇੱਕ ਮੁਸਲਿਮ ਸਟੇਟ ਬਣਾਵੇ, ਐਂਡ ਜਿੰਨੇ ਵੀ ਲੋਕ ਉਹਦੇ ਵਰਜ਼ਨ ਆਫ ਇਸਲਾਮ ਨੂੰ ਨਹੀਂ ਓਬਲਾਈਜ ਕਰਦੇ, ਨਹੀਂ ਕੰਪਲਾਈ ਕਰਦੇ, ਉਹਨਾਂ ਲੋਕਾਂ ਨੂੰ ਉਹਨੇ ਇਨਫਿਡਲ ਕਿਹਾ, ਕਾਫਿਰ ਕਿਹਾ, ਐਂਡ ਇਹ ਕਿਹਾ ਕਿ ਜਾਂ ਤਾਂ ਕਾਫਿਰਾਂ ਨੂੰ ਬਦਲ ਦਿਓ, ਕਾਫਿਰ ਆਪਣੇ ਧਰਮ ਬਦਲ ਲੈਣ ਐਂਡ ਇਸਲਾਮ ਧਰਮ ਨੂੰ ਮੰਨ ਲੈਣ, ਅਤੇ ਜਾਂ ਫਿਰ ਉਹ ਇਸ ਚੀਜ਼ ਲਈ ਜੇ ਉਹ ਨਹੀਂ ਧਰਮ ਬਦਲਣਗੇ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਦੇਖਣੀ ਪੈ ਸਕਦੀ ਹੈ। ਇੱਦਾਂ ਦੇ ਫਤਵੇ ਇਸ਼ੂ ਕੀਤੇ ਗਏ ਇਸ ਡਾਇਵਰਸ ਨੇਸ਼ਨ ਦੇ ਵਿੱਚ, ਜਿਹਦੇ ਬੇਸਿਸ 'ਤੇ ਫਤਵਿਆਂ ਨੂੰ ਇੰਪਲੀਮੈਂਟ ਕਰਨ ਵਾਸਤੇ ਉਹਨੇ ਇਹੋ ਜਿਹੇ ਗਵਰਨਰਸ ਲਗਾਏ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ ਉਹਦੇ ਫਤਵਿਆਂ ਨੂੰ ਇੰਪਲੀਮੈਂਟ ਕਰ ਸਕੇ। ਇੱਕ ਗਵਰਨਰ ਇਫਤਿਕਾਰ ਖਾਨ ਜੋ ਸੀ ਉਹ ਕਸ਼ਮੀਰ ਦੇ ਵਿੱਚ ਲਗਾਇਆ ਗਿਆ। ਕਸ਼ਮੀਰ ਇੱਕ ਇਹੋ ਜਿਹਾ ਸੂਬਾ ਹੈ ਆਪਣੇ ਦੇਸ਼ ਦੇ ਵਿੱਚ ਜਿੱਥੇ ਕਸ਼ਮੀਰ ਦੇ ਵਿੱਚ ਪੰਡਤ ਕਮਿਊਨਿਟੀ ਬਹੁਤ ਜ਼ਿਆਦਾ ਫਲਰਿਸ਼ ਕਰਦੀ ਸੀ ਬੈਕ ਇਨ ਦ ਡੇ। ਹਿੰਦੂ ਕਮਿਊਨਿਟੀ ਹੈ ਕਸ਼ਮੀਰੀ ਪੰਡਤਾਂ ਦੀ, ਬੜੇ ਲਰਨਡ, ਬੜੇ ਪੜ੍ਹੇ ਲਿਖੇ ਇਹ ਲੋਕ ਹੈ।
ਉਹ ਲੋਕਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਬਾਏ ਇਫਤਿਕਾਰ ਖਾਨ ਕਿ ਤੁਸੀਂ ਆਪਣਾ ਧਰਮ ਜੋ ਹੈ ਪਰਿਵਰਤਨ ਕਰੋ, ਤੁਸੀਂ ਕਨਵਰਟ ਕਰੋ, ਆਪਣੇ ਆਪ ਨੂੰ ਮੁਸਲਮਾਨ ਧਰਮ ਦੇ ਵਿੱਚ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਪਰਸੀਕਿਊਟ ਕਰਾਂਗੇ, ਅਸੀਂ ਤੁਹਾਨੂੰ ਤੰਗ ਕਰਾਂਗੇ, ਮਾਰਾਂਗੇ ਐਂਡ ਤੁਹਾਡੇ ਫੈਮਲੀਜ਼ ਨੂੰ ਮਾਰਾਂਗੇ। ਤਾਂ ਉਹ ਸਾਰੀ ਚੀਜ਼ਾਂ ਚੱਲ ਰਹੀਆਂ ਸੀ। ਕਸ਼ਮੀਰ ਦੇ ਵਿੱਚ ਬਹੁਤ ਪੰਡਤਾਂ ਨੇ ਕਨਵਰਟ ਵੀ ਕੀਤਾ, ਲੇਕਿਨ ਕਾਫੀ ਲਰਨਡ ਪੰਡਤ ਜਿਹੜੇ ਸੀ ਉਹ ਇਸ ਚੀਜ਼ ਦੇ ਖਿਲਾਫ ਆਪਦੀ ਆਵਾਜ਼ ਚੱਕਣਾ ਚਾਹੁੰਦੇ ਸੀ। ਹਿੰਦੂ ਧਰਮ ਬੇਸਿਕਲੀ ਬਹੁਤ ਜ਼ਿਆਦਾ ਖਤਰੇ 'ਚ ਸੀਗਾ, ਹਿੰਦੂ ਧਰਮ ਡਾਊਨ ਹੋ ਚੁੱਕਿਆ ਸੀ, ਮੁਸਲਿਮ ਰਾਜ ਬਹੁਤ ਹੀ ਸਟਰੋਂਗਲੀ ਇੰਡੀਆ ਦੇ ਵਿੱਚ ਫਲਰਿਸ਼ ਕਰ ਰਿਹਾ ਸੀ ਐਂਡ ਔਰੰਗਜ਼ੇਬ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੱਕ ਰਿਹਾ ਸੀ। ਇੱਕ ਜੱਥਾ ਕਸ਼ਮੀਰ ਦੇ ਪੰਡਤਾਂ ਦਾ ਕਿਰਪਾ ਰਾਮ ਦੇ ਅੰਡਰ ਉਹਨਾਂ ਨੇ ਸੋਚਿਆ ਕਿ ਅਗਰ ਸਾਨੂੰ ਕੋਈ ਬਚਾ ਸਕਦਾ ਹੈ ਤਾਂ ਉਸ ਟਾਈਮ 'ਤੇ ਸਭ ਤੋਂ ਲੋਕਪ੍ਰਿਯ, ਸਭ ਤੋਂ ਜ਼ਿਆਦਾ ਫੇਮਸ ਜੋ ਸੀ ਉਹ ਗੁਰੂ ਤੇਗ ਬਹਾਦਰ ਜੀ ਸੀ, ਜੋ ਪੰਜਾਬ ਦੇ ਵਿੱਚ ਜੋ ਸੀਗੇ ਉਸ ਟਾਈਮ 'ਤੇ। ਇਹ ਜੱਥਾ 500 ਬੰਦਿਆਂ ਦਾ, ਕੋਈ ਕਸ਼ਮੀਰੀ ਪੰਡਤਾਂ ਦਾ ਜੱਥਾ ਕਸ਼ਮੀਰ ਤੋਂ ਚੱਲਦਾ ਹੋਇਆ ਪੰਜਾਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ ਐਂਡ ਇਸ ਮਿਲਣੀ ਦੇ ਦੌਰਾਨ ਉਹਨਾਂ ਨੇ ਆਪਣੀ ਸਾਰੀ ਜਿਹੜੀ ਦੁਰਦਸ਼ਾ ਹੋ ਰਹੀ ਸੀ, ਸਾਰੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਸੀ, ਉਹਦੇ ਬਾਰੇ ਦੱਸਿਆ। ਗੁਰੂ ਤੇਗ ਬਹਾਦਰ ਜੀ ਨੇ ਸੁਣਿਆ ਐਂਡ ਸੁਣਨ ਤੋਂ ਬਾਅਦ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਭਾਰਤ ਦੀ ਡਾਇਵਰਸਿਟੀ ਲਈ, ਭਾਰਤ ਦੀ ਅਖੰਡਤਾ ਲਈ ਇਹ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਸ਼ਾਸਨ ਜੋ ਹੈ ਉਹ ਹਰ ਧਰਮ ਦੀ ਰਿਸਪੈਕਟ ਕਰੇ। ਇਹ ਫਰਕ ਨਹੀਂ ਪੈਂਦਾ ਕਿ ਉਹਨਾਂ ਦਾ ਕੀ ਧਰਮ ਹੈ, ਤੁਹਾਡਾ ਧਰਮ, ਸਾਡਾ ਧਰਮ ਸਭ ਬਰਾਬਰ ਹੈ ਐਂਡ ਇਵੈਂਚੁਅਲੀ ਇਹ ਮਤਲਬ ਹੋਣਾ ਚਾਹੀਦਾ ਹੈ। ਤਾਂ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਅਗਰ ਔਰੰਗਜ਼ੇਬ ਉਹਨਾਂ ਨੂੰ ਕਨਵਰਟ ਕਰ ਪਾਏਗਾ, ਅਗਰ ਔਰੰਗਜ਼ੇਬ ਨੂੰ ਇੱਕ ਫਤਵਾ ਇਸ਼ੂ ਕੀਤਾ, ਔਰੰਗਜ਼ੇਬ ਨੂੰ ਇੱਕ ਆਰਡਰ ਇਸ਼ੂ ਕੀਤਾ ਕਿ ਅਗਰ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਕਨਵਰਟ ਕਰ ਪਾਏਗਾ ਤਾਂ ਸਾਰੇ ਜਿਹੜੇ ਕਸ਼ਮੀਰੀ ਪੰਡਤ ਹੋਣਗੇ ਉਹ ਆਪਣਾ ਧਰਮ ਪਰਿਵਰਤਨ ਕਰ ਲੈਣਗੇ। ਮਤਲਬ ਇਹ ਚੈਲੰਜ ਦਿੱਤਾ ਕਿ ਅਗਰ ਤੁਸੀਂ ਮੈਨੂੰ ਕਨਵਰਟ ਕਰ ਲਓਗੇ ਇਨ ਯੋਰ ਰਿਲੀਜਨ ਦੈਨ ਆਈ ਵਿਲ ਮੇਕ ਸ਼ੋਰ ਦੈਟ ਆਲ ਜਿੰਨੇ ਵੀ ਪੰਡਤ ਹੈਗੇ ਉਹ ਸਾਰੇ ਧਰਮ ਪਰਿਵਰਤਨ ਕਰ ਲੈਣਗੇ। ਇਹ ਚੈਲੰਜ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਇਸ ਚੈਲੰਜ ਬਾਰੇ, ਔਰੰਗਜ਼ੇਬ ਪਹਿਲਾਂ ਹੀ ਬਹੁਤ ਜ਼ਿਆਦਾ ਖਿੱਚਦਾ ਸੀਗਾ ਗੁਰੂ ਤੇਗ ਬਹਾਦਰ ਜੀ ਦੇ, ਬਿਕੋਜ਼ ਕਮਿਊਨਿਟੀ ਜਿਹੜੀ ਸੀ ਸੱਚਾ ਪਾਤਸ਼ਾਹ ਕਹਿ ਕੇ ਗੁਰੂ ਤੇਗ ਬਹਾਦਰ ਜੀ ਨੂੰ ਐਡਰੈਸ ਕਰਦੀ ਸੀ ਐਂਡ ਔਰੰਗਜ਼ੇਬ ਨੂੰ ਲੱਗਦਾ ਸੀਗਾ ਕਿ ਪਾਤਸ਼ਾਹ ਦਾ ਮਤਲਬ ਹੁੰਦਾ ਬਾਦਸ਼ਾਹ, ਅਤੇ ਬਾਦਸ਼ਾਹ ਤਾਂ ਇੱਕੋ ਹੀ ਹੈ ਐਂਡ ਉਹ ਮੈਂ, ਅਤੇ ਅਗਰ ਇਹ ਸੱਚਾ ਬਾਦਸ਼ਾਹ ਤਾਂ ਕੀ ਮੈਂ ਝੂਠਾ ਬਾਦਸ਼ਾਹ? ਸੋ ਦੀ ਆਈਡੀਆ ਵਾਜ਼ ਕਿ ਉਹ ਹਮੇਸ਼ਾ ਹੀ ਇਹ ਜੋ ਹੈ ਗੁਰੂ ਤੇਗ ਬਹਾਦਰ ਜੀ ਤੋਂ ਨਫ਼ਰਤ ਕਰਦਾ ਸੀ ਐਂਡ ਇਵੈਂਚੁਅਲੀ ਉਹਨੇ ਆਰਡਰਸ ਦਿੱਤੇ ਕਿ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਜਿੰਨੇ ਵੀ ਫੋਲੋਅਰਸ ਹੈ, ਜੋ ਵੀ ਇਸ ਪੂਰੇ ਪ੍ਰੋਸੈਸ 'ਚ ਉਹਨਾਂ ਨੂੰ ਸਪੋਰਟ ਕਰਦੇ ਹੈ, ਉਹਨਾਂ ਸਾਰਿਆਂ ਨੂੰ ਬੰਦੀ ਬਣਾ ਕੇ ਦਿੱਲੀ ਦੇ ਵਿੱਚ ਲਿਆਇਆ ਜਾਵੇ। ਗੁਰੂ ਤੇਗ ਬਹਾਦਰ ਜੀ ਦੇ ਨਾਲ ਉਹਨਾਂ ਦੇ ਜਿਹੜੇ ਸਭ ਤੋਂ ਉਹਨਾਂ ਦੇ ਪਿਆਰੇ ਸਪੋਰਟਰ ਸੀ, ਜਿਵੇਂ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ, ਭਾਈ ਲੱਖਾ ਸਿੰਘ ਲੁਬਾਣਾ, ਇਹ ਸਾਰੇ ਜਿੰਨੇ ਵੀ ਸਪੋਰਟਰ ਸੀ ਉਹ ਸਾਰਿਆਂ ਨੂੰ ਕੇਜ ਦੇ ਵਿੱਚ ਬੰਦ ਕਰਕੇ ਦਿੱਲੀ ਦੇ ਵਿੱਚ ਲਿਆਇਆ ਗਿਆ। ਦਿੱਲੀ ਦੇ ਰੈੱਡ ਫੋਰਟ 'ਚ ਇਹਨਾਂ ਨੂੰ ਜੋ ਹੈ ਅੰਦਰ ਬੰਦੀ ਬਣਾਇਆ ਗਿਆ ਐਂਡ ਬੰਦੀ ਬਣਾ ਕੇ ਇਹਨਾਂ ਨੂੰ ਬੜੇ ਸਵਾਲ ਜਵਾਬ ਕੀਤੇ ਗਏ ਤਾਂ ਕਿ ਇਹਨਾਂ ਨੂੰ ਪਰਸੂਏਡ ਕੀਤਾ ਜਾ ਸਕੇ, ਇਹਨਾਂ ਨੂੰ ਕਨਵਿੰਸ ਕੀਤਾ ਜਾ ਸਕੇ ਕਿ ਇਹ ਆਪਣੇ ਧਰਮ ਨੂੰ ਕਨਵਰਟ ਕਰ ਲੈਣ। ਇਹਨਾਂ ਨੂੰ ਇਹ ਵੀ ਸਵਾਲ ਪੁੱਛੇ ਗਏ ਕਿ ਤੋ ਜਦੋਂ ਤੁਹਾਡਾ ਧਰਮ ਹੈ ਹੀ ਨਹੀਂਗਾ, ਹਿੰਦੂ ਧਰਮ ਤੁਹਾਡਾ ਹੈ ਹੀ ਨਹੀਂ, ਤਾਂ ਤੁਸੀਂ ਹਿੰਦੂਆਂ ਲਈ ਇੰਨੀ ਗੱਲ ਕਿਉਂ ਕਰ ਰਹੇ ਹੋ? ਤੁਸੀਂ ਆਪਣੇ ਧਰਮ ਨਾਲ ਮਤਲਬ ਰੱਖੋ। ਲੇਕਿਨ ਗੁਰੂ ਸਾਹਿਬ ਦੀ ਇਹ ਗੱਲ ਬੜੀ ਹੀ ਜਚੀ, ਉਦੋਂ ਉਹਨਾਂ ਨੇ ਗੱਲ ਕਹੀ ਕਿ ਕੱਲ੍ਹ ਨੂੰ ਜਦੋਂ ਮੁਸਲਿਮ ਧਰਮ ਵੀ ਖਤਰੇ 'ਚ ਹੋਊਗਾ ਤਾਂ ਮੈਂ ਉਹਦੇ ਲਈ ਵੀ ਆਵਾਜ਼ ਚੱਕੂੰਗਾ। ਸੋ ਦੀ ਆਈਡੀਆ ਇਸ ਦਾ, ਇਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਕਿ ਹਰ ਧਰਮ ਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਰਾਈਟ ਜੋ ਹੈ ਹੋਣਾ ਚਾਹੀਦਾ ਹੈ। ਤੋ ਗੁਰੂ ਸਾਹਿਬ ਨੇ ਇਹ ਗੱਲ ਕਹੀ, ਲੇਕਿਨ ਬਹੁਤ ਮਨਾਉਣ ਤੋਂ ਬਾਵਜੂਦ ਵੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪ੍ਰਿੰਸੀਪਲਸ ਨੂੰ ਲੀਵ ਨਹੀਂ ਕੀਤਾ ਐਂਡ ਇਵੈਂਚੁਅਲੀ ਇਹਨਾਂ ਦੇ ਸਾਹਮਣੇ ਇਹਨਾਂ ਦੇ ਜਿਹੜੇ ਸਪੋਰਟਰ ਸੀ, ਜਿਹੜੇ ਇਹਨਾਂ ਦੇ ਫੋਲੋਅਰ ਸੀ, ਉਹਨਾਂ ਨਾਲ ਵੀ ਬਹੁਤ ਭੈੜੀ ਕੀਤੀ। ਅਗਰ ਮੈਂ ਤੁਹਾਨੂੰ ਦੱਸਾਂ ਤਾਂ ਜਿਹੜੇ ਭਾਈ ਮਤੀ ਦਾਸ ਸੀ, ਉਹਨਾਂ ਨੂੰ 100 ਹੁੰਦਾ ਨਾ ਆਪਣਾ ਜਿਹੜਾ 100 ਦੇ ਥਰੂ ਉਹਨਾਂ ਦੇ ਬੋਡੀ ਦੇ ਹਿੱਸੇ ਕਰਤੇ ਸੀ। ਜਿਹੜੇ ਆਪਣੇ ਭਾਈ ਦਿਆਲ ਦਾਸ ਸੀ, ਇਹਨਾਂ ਨੂੰ ਬੋਇਲਿੰਗ ਵਾਟਰ ਦੇ ਵਿੱਚ ਜਿਹੜਾ ਹੈ ਬੋਇਲ ਕਰਤਾ ਸੀ ਐਂਡ ਜਿਹੜੇ ਆਪਣੇ ਭਾਈ ਸਤੀ ਦਾਸ ਸੀ, ਇਹਨਾਂ ਨੂੰ ਮਤਲਬ ਜੀਵਤ ਹੀ ਅੱਗ ਦੇ ਵਿੱਚ ਹੀ ਸਿੱਟਤਾ ਸੀ। ਇਹ ਸਾਰੇ ਜਦੋਂ ਨਜ਼ਰੀਏ ਉਹਨਾਂ ਨੂੰ ਦਿਖਾਏ ਗਏ ਡਰਾਉਣ ਵਾਸਤੇ, ਫਿਰ ਵੀ ਗੁਰੂ ਤੇਗ ਬਹਾਦਰ ਜੀ ਬਿਲਕੁਲ ਨਹੀਂ ਡਰੇ। ਐਂਡ ਇੱਕ ਮੈਂ ਛੋਟੀ ਜੀ ਉਹਨਾਂ ਦੀ ਸੇਇੰਗ ਹੈ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ, ਮੈਂ ਇੰਗਲਿਸ਼ 'ਚ ਦੱਸੂਗਾ। ਇਹਨਾਂ ਨੇ ਇਹ ਸਾਰੇ ਦੇਖਣ ਤੋਂ ਬਾਅਦ ਇਹ ਗੱਲ ਕਹੀ, ਦ ਟਰੂਲੀ ਐਨਲਾਈਟਨਡ ਵਨਸ ਆਰ ਦੋਜ਼ ਹੂ ਨੀਦਰ ਇਨਸਾਈਟ ਫੀਅਰ ਇਨ ਅਦਰਸ ਨੋਰ ਫੀਅਰ ਐਨੀਵਨ ਦੈਮਸੈਲਵਸ। ਮਤਲਬ ਇਹਨਾਂ ਨੇ ਗੱਲ ਕਹੀ ਕਿ ਜਿਹੜੇ ਸਹੀ ਮਾਇਨੇ ਦੇ ਵਿੱਚ ਐਨਲਾਈਟਨਡ ਹੁੰਦੇ ਹੈ, ਨਾ ਤਾਂ ਉਹ ਕਿਸੇ ਨੂੰ ਡਰਾਉਂਦੇ ਹੈ ਅਤੇ ਨਾ ਉਹ ਖੁਦ ਡਰਦੇ ਹੈ। ਜਿਹੜੇ ਐਨਲਾਈਟਨਡ ਹੁੰਦੇ ਹੈ,
ਤੋ ਇਹ ਗੱਲ ਉਹਨਾਂ ਨੇ ਉਦੋਂ ਕਹੀ ਜਦੋਂ ਉਹਨਾਂ ਨੇ ਦੇਖਿਆ ਕਿ ਕਿਵੇਂ ਇਹਨਾਂ ਦੇ ਫੋਲੋਅਰਸ ਨੂੰ ਇਹਨਾਂ ਦੇ ਸਾਹਮਣੇ ਜੋ ਹੈ ਔਰੰਗਜ਼ੇਬ ਦੇ ਫਤਵਿਆਂ ਦੇ ਉੱਪਰ ਇਹ ਆਰਡਰ ਇਸ਼ੂ ਕੀਤਾ ਗਿਆ। ਗੁਰੂ ਤੇਗ ਬਹਾਦਰ ਜੀ ਨੂੰ ਉਸੇ ਦਿਨ ਹੀ ਉਹਨਾਂ ਦੇ ਸੀਸ ਨੂੰ ਅਲੱਗ ਕਰ ਦਿੱਤਾ ਗਿਆ, ਐਗਜ਼ੀਕਿਊਟ ਕਰ ਦਿੱਤਾ ਗਿਆ। ਐਂਡ ਅੱਜ ਉਸ ਜਗ੍ਹਾ ਦੇ ਉੱਪਰ, ਉਸ ਪਾਵਨ ਧਰਤੀ ਦੇ ਉੱਪਰ ਬਹੁਤ ਹੀ ਫੇਮਸ ਗੁਰਦੁਆਰਾ ਸੀਸਗੰਜ ਹੈ, ਜੋ ਰੈੱਡ ਫੋਰਟ ਤੋਂ ਹਾਰਡਲੀ 500-600 ਮੀਟਰ ਦੀ ਦੂਰੀ 'ਤੇ ਹੈ। ਚਾਂਦਨੀ ਚੌਂਕ ਦੇ ਵਿੱਚ ਇਹ ਲੋਕੇਟਡ ਹੈ, ਬਹੁਤ ਲੋਕ ਜਾਂਦੇ ਆ ਉੱਥੇ। ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਹੈੱਡ ਸੀ ਉਹਨੂੰ ਰਿਕਵਰ ਕੀਤਾ ਉਹਨਾਂ ਦੇ ਫੋਲੋਅਰ ਭਾਈ ਜੈਤਾ ਜੀ ਨੇ। ਐਂਡ ਬਹੁਤ ਜ਼ਿਆਦਾ ਹਨੇਰੀ, ਬਹੁਤ ਤੂਫਾਨ ਆ ਰਿਹਾ ਸੀ ਉਸ ਦਿਨ। ਐਂਡ ਇਵੈਂਚੁਅਲੀ ਉਸ ਤੂਫਾਨ ਦੇ ਵਿੱਚ ਉਹਨਾਂ ਨੇ ਕਿਸੇ ਤਰੀਕੇ ਨਾਲ ਗੁਰੂ ਆਪਣਾ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਉਹਨਾਂ ਦੀ ਗੁਰਗੱਦੀ ਸੀ ਉੱਥੇ ਲਿਆਏ ਗਏ। ਐਂਡ ਤੁਸੀਂ ਬਿਲੀਵ ਨਹੀਂ ਕਰੋਗੇ, ਗੁਰੂ ਗੋਬਿੰਦ ਸਿੰਘ ਜੀ ਉਦੋਂ ਸਿਰਫ 9 ਸਾਲ ਦੇ ਸੀ। ਐਂਡ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਉਹਨਾਂ ਦੇ ਫਾਦਰ ਸਾਹਿਬ ਦਾ ਜੋ ਧੜ ਸੀ ਉਹ ਮਤਲਬ ਪ੍ਰੈਜ਼ੈਂਟ ਕੀਤਾ। ਤੋ ਗੁਰੂ ਸਾਹਿਬ ਦਾ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੀ ਏਜ ਦੇ ਸੀ, ਉਹਨਾਂ ਨੇ ਜਦੋਂ ਇਹ ਚੀਜ਼ ਦੇਖੀ ਤਾਂ ਤੁਸੀਂ ਆਪ ਸੋਚ ਪਾ ਰਹੇ ਹੋ ਕਿ ਉਹਨਾਂ ਦੇ ਉੱਪਰ ਕੀ ਬੀਤ ਰਹੀ ਹੋਊਗੀ ਉਸ ਚੀਜ਼ ਲਈ। ਐਂਡ ਬਚਿੱਤਰ ਨਾਟਕ ਦੇ ਵਿੱਚ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਬਚਿੱਤਰ ਨਾਟਕ, ਉਹਦੇ ਵਿੱਚ ਇਸ ਚੀਜ਼ ਬਾਰੇ, ਇਸ ਪੂਰੇ ਮਾਰਟੀਰਡਮ ਬਾਰੇ ਇੱਕ ਬਹੁਤ ਹੀ ਫੇਮਸ ਕਪਲੇਟ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਉਹ ਕਪਲੇਟ ਇਹ ਹੈ, ਟੂ ਪ੍ਰੋਟੈਕਟ ਦੇਅਰ ਤਿਲਕ ਐਂਡ ਜਨਿਊ। ਮਤਲਬ ਤਿਲਕ ਤੁਹਾਨੂੰ ਪਤਾ ਹੈ, ਤਿਲਕ ਤੇ ਜਨਿਊ ਹੁੰਦਾ ਬੇਸਿਕਲੀ ਜਿਹੜਾ ਸੇਕਰੇਟ ਥ੍ਰੈਡ ਹੁੰਦਾ ਹੈ, ਅਤੇ ਤਿਲਕ ਜਿਹੜਾ ਹੁੰਦਾ ਉਹ ਮੱਥੇ 'ਤੇ ਲਗਾਉਂਦੇ। ਹਿੰਦੂਇਜ਼ਮ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ। ਟੂ ਪ੍ਰੋਟੈਕਟ ਦੇਅਰ ਤਿਲਕ ਐਂਡ ਜਨਿਊ ਹੀ ਪਰਫੋਰਮਡ ਹੀਰੋਇਕ ਡੀਡ ਇਨ ਦ ਏਜ ਆਫ ਕਾਲੀ। ਮਤਲਬ ਆਪਦੇ ਫਾਦਰ ਸਾਹਿਬ ਨੂੰ ਕਹਿ ਰਹੇ ਆ ਕਿ ਉਹਨਾਂ ਦੇ ਜਨਿਊ ਅਤੇ ਤਿਲਕ ਨੂੰ ਪ੍ਰੋਟੈਕਟ ਕਰਨ ਲਈ, ਉਹਨਾਂ ਦੇ ਡਾਇਵਰਸਿਟੀ ਨੂੰ ਪ੍ਰੋਟੈਕਟ ਕਰਨ ਲਈ ਇਹਨਾਂ ਨੇ ਹੀਰੋਇਕ ਡੀਡ ਕੀਤੀ ਕਾਲ ਦੇ ਏਜ ਦੇ ਵਿੱਚ, ਜਿੱਥੇ ਲੋਕ ਮਟੀਰੀਅਲਿਜ਼ਮ ਦੇ ਵਿੱਚ ਪੈ ਗਏ, ਜਿੱਥੇ ਲੋਕ ਸਿਰਫ ਸੈਲਫਿਸ਼ ਹੋ ਗਏ, ਸਿਰਫ ਆਪਦੇ ਬਾਰੇ ਸੋਚਦੇ ਆ। ਇੱਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਕਾਲ ਆ ਗਿਆ ਹੈ, ਉਹਦੇ ਵਿੱਚ ਉਹਨਾਂ ਨੇ ਇਹ ਕੰਮ ਕੀਤਾ। ਹੀ ਗੇਵ ਹਿਜ਼ ਹੈਡ ਫॉर ਮੈਨ ਆਫ ਫੇਥ ਵਿਦਾਊਟ ਫਲਿੰਚਿੰਗ। ਉਹਨਾਂ ਨੇ ਆਪਣਾ ਸਿਰ ਦਿੱਤਾ ਲੋਕਾਂ ਲਈ ਬਿਨਾਂ ਡਰੇ। ਐਂਡ ਚੂਜ਼ ਮਾਰਟੀਰਡਮ ਇਨ ਦ ਕਾਜ਼ ਆਫ ਰਾਈਟੀਅਸਨੈਸ। ਯਾਨੀ ਕਿ ਉਹਨਾਂ ਨੇ ਆਪਣੇ ਆਪ ਨੂੰ ਸ਼ਹੀਦ ਕਰਤਾ ਸਿਰਫ ਇਸ ਪਰਪਜ਼ ਲਈ ਕਿ ਸੱਚ ਕੀ ਹੁੰਦਾ, ਰਾਈਟੀਅਸਨੈਸ ਕੀ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਇੱਕ ਇੰਸਪੀਰੇਸ਼ਨ ਹੈ ਫॉर ਦੋਜ਼ ਪੀਪਲ ਜਿਹੜੇ ਅੱਜ ਰੋਂਗ ਦੇ ਖਿਲਾਫ ਖੜ੍ਹੇ ਹੋਣਾ ਚਾਹੁੰਦੇ ਹੈ। ਉਹਨਾਂ ਲਈ ਇੱਕ ਪਾਵਰ ਹੈ, ਇੱਕ ਫੋਰਸ ਹੈ। ਐਂਡ ਰਿਲੀਜੀਅਸ ਪਰਸੀਕਿਊਸ਼ਨਸ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਦੀਆਂ। ਉਹਨਾਂ ਸਾਰੀ ਰਿਲੀਜੀਅਸ ਪਰਸੀਕਿਊਸ਼ਨਸ ਲਈ ਇੱਕ ਮੈਸੇਜ ਹੈ ਕਿ ਜਿੱਥੇ ਰਾਈਟੀਅਸਨੈਸ ਹੁੰਦੀ ਹੈ, ਜਿੱਥੇ ਸੱਚ ਹੁੰਦਾ ਹੈ, ਜਿੱਥੇ ਗੱਲਾਂ ਸਹੀ ਹੁੰਦੀਆਂ, ਉੱਥੇ ਤੁਹਾਨੂੰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਨੀ ਚਾਹੀਦੀ। ਕਈ ਵਾਰੀ ਲੋਕ ਵੀਕ ਹੋ ਜਾਂਦੇ ਹੈ ਐਂਡ ਆਪਣੀ ਆਵਾਜ਼ ਨਹੀਂ ਉਠਾ ਸਕਦੇ, ਸਪੈਸ਼ਲੀ ਇੱਦਾਂ ਦੀਆਂ ਸਰਕਾਰਾਂ, ਇੱਦਾਂ ਦੀਆਂ ਟਿਰੈਂਟ ਸਰਕਾਰਾਂ ਦੇ ਖਿਲਾਫ ਜਿਹੜੀਆਂ ਇੱਦਾਂ ਦੀਆਂ ਗੱਲਾਂ ਕਰਦੀ ਹੈ। ਲੇਕਿਨ ਗੁਰੂ ਸਾਹਿਬ ਦੀ ਇਹ ਬਹੁਤ ਇੰਪੋਰਟੈਂਟ ਮੈਸੇਜ ਹੈ ਕਿ ਅਗਰ ਤੁਸੀਂ ਆਪਣੀ ਆਵਾਜ਼ ਨਹੀਂ ਉਠਾ ਸਕਦੇ ਤਾਂ ਜ਼ਰੂਰ ਕਿਸੇ ਦੀ ਆਵਾਜ਼ ਤਾਂ ਬਣੋ, ਬੁਲੰਦ ਹੋ ਐਂਡ ਡੈਫੀਨੇਟਲੀ ਫਾਈਟ ਦ ਰੋਂਗ। ਗੁਰੂ ਸਾਹਿਬ ਦੀ ਇਸ ਸਟੋਰੀ ਨੂੰ ਅਗਰ ਤੁਹਾਨੂੰ ਪਸੰਦ ਆਇਆ ਹੈ ਤਾਂ ਮੈਂ ਸਿਰਫ ਇੰਨੀ ਕੁ ਰਿਕੁਐਸਟ ਕਰੂੰਗਾ ਕਿ ਪਲੀਜ਼ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਕਿ ਬਾਕੀਆਂ ਨੂੰ ਵੀ ਇਸ ਮਾਰਟੀਰਡਮ ਬਾਰੇ, ਇਸ ਹਿਸਟਰੀ ਬਾਰੇ, ਇਸ ਇਤਿਹਾਸ ਬਾਰੇ ਥੋੜ੍ਹਾ ਜਿਹਾ ਪਤਾ ਲੱਗੇ। ਸਤਿ ਸ਼੍ਰੀ ਅਕਾਲ ਜੀ।